ਕਿ ਇੱਕ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਜੇ ਗੱਲ ਕਰ ਲਈਏ ਦਸ਼ਮੇਸ਼ ਸੋਲਰ ਊਰਜਾ ਦੀ, ਤਾਂ ਉਹਨਾਂ ਵੱਲੋਂ ਘਰਾਂ ਦੇ ਵਿੱਚ, ਹਸਪੀਟਲਾਂ ਦੇ ਵਿੱਚ, ਬੱਸ ਸਟੈਂਡ ਦੇ ਉੱਪਰ ਇੱਕ ਸੋਲਰ ਪੁਆਇੰਟ ਲਾਉਣ ਦਾ ਸ਼ੁਰੂ ਕੀਤੇ ਗਏ ਆ। ਤੇ ਗਵਰਨਮੈਂਟ ਦੀ ਇੱਕ ਬਹੁਤ ਕਲੀਨ ਟਰਾਂਸਪੇਰੈਂਟ ਪਾਲਿਸੀ ਆ, ਜਿਹਦੇ ਵਿੱਚ ਸਾਡੇ ਬਿਜਲੀ ਬੋਰਡ ਜਿਹੜਾ PSPCL ਆ, ਉਹਨਾਂ ਨੇ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਲੈ ਕੇ ਇਹਨੂੰ ਲੋਕਾਂ ਤੱਕ ਪਹੁੰਚਾਇਆ ਹੈ। ਬੜੀ ਵੱਡੀ ਅਚੀਵਮੈਂਟ ਕੀਤੀ ਤੁਸੀਂ। ਲੇਹ ਲਦਾਖ ਤੋਂ ਲੈ ਕੇ ਪੰਜਾਬ ਦੇ 에ਅਰਪੋਰਟਸ ਤੱਕ ਪਹੁੰਚ ਚੁੱਕੇ ਹੋ। ਕਿਵੇਂ ਰਿਹਾ ਹੋਰ ਜਾਣ? ਉਮਰ ਛੋਟੀ ਹੈ, ਕੈਨੇਡਾ ਤੋਂ ਵਾਪਸ ਆ ਗਏ, ਕਿਵੇਂ ਇੱਧਰਲੀ ਰੁਝਾਨ ਕਿਵੇਂ ਬਣ ਗਿਆ ਵੀ ਆਪਾਂ ਇਹ ਊਰਜਾ ਵਾਲਾ ਪ੍ਰੋਜੈਕਟ ਲਾਉਣਾ ਹੈ? ਸੋ ਇਹਦੇ ਵਿੱਚ ਕੋਈ ਬੈਟਰੀ ਦੀ ਇਨਵੋਲਵਮੈਂਟ ਨਹੀਂ। ਇਹਦੇ ਵਿੱਚ ਜਿਹੜਾ ਅਸੀਂ ਇਨਵਰਟਰ ਲਾਉਂਦੇ ਆ ਉਹਦੀ 8 ਸਾਲ ਦੀ ਗਰੰਟੀ ਆਉਂਦੀ, ਜਿਹੜਾ ਅਸੀਂ ਪੈਨਲ ਲਾਉਂਦੇ ਉਹਦੀ 25 ਸਾਲ ਦੀ ਗਰੰਟੀ ਆ। ਲੋਹੇ ਨੇ ਕਦੇ ਖਰਾਬ ਹੀ ਨਹੀਂ ਹੋਣਾ, ਤੇ ਜਿਹੜੀ ਤੁਹਾਡੀ ਪੇਬੈਕ ਉਹ 3-3.5 ਸਾਲ ਦੀ, ਉਦੋਂ ਬਾਅਦ ਤਾਂ ਵੈਸੇ ਹੀ ਫ੍ਰੀ ਹੋ ਜਾਣਾ। ਕੋਈ ਵੀ ਬੰਦਾ ਜਿਹੜਾ ਬਿਜਲੀ ਬੋਰਡ ਦਾ ਪਰਮਾਨੈਂਟ ਮੀਟਰ ਦਾ ਖਪਤਕਾਰ ਆ, ਉਹ ਸਾਰੇ ਐਲੀਜੀਬਲ ਆ। ਇਹਦੇ 'ਚ ਇਹ ਨਹੀਂਗਾ ਕਿ ਇਹ ਸਰਕਾਰੀ ਵਰਗ ਵਾਸਤੇ, ਪ੍ਰਾਈਵੇਟ ਵਾਸਤੇ, ਕੋਈ ਇੰਡਸਟਰੀ, ਕੋਈ ਕੰਜ਼ਿਊਮਰ, ਇਹ ਹਰੇਕ ਬੰਦੇ ਨੂੰ ਲਵਾ ਸਕਦਾ ਜਿਹਦੇ ਕੋਲ ਬਿਜਲੀ ਦਾ ਕਨੈਕਸ਼ਨ ਆਪ ਹੈ। ਐਫ ਨਿਊਜ਼ ਪੰਜਾਬ ਚੈਨਲ 'ਤੇ ਤੁਹਾਡਾ ਸਵਾਗਤ ਹੈ। ਮੈਂ ਜਗਦੀਸ਼ ਬਾਂਬਾ। ਹਰ ਇੱਕ ਵਿਅਕਤੀ ਦੀ ਮੇਨ ਲੋੜ ਹੈ ਬਿਜਲੀ। ਬਿਜਲੀ ਇਸ ਟਾਈਮ 1.3 ਅਰਬ ਦੇ ਕਰੀਬ ਜੋ ਦੇਸ਼ ਭਰ ਦੇ ਵਿੱਚ ਲੋਕ ਹੈ ਉਹਨਾਂ ਤੱਕ ਨਹੀਂ ਪਹੁੰਚ ਰਹੀ, ਜਾਂ ਮੰਨ ਲਓ ਵੀ ਉਹ ਨਹੀਂ ਅਫੋਰਡ ਕਰ ਸਕਦੇ, ਲੈ ਨਹੀਂ ਸਕਦੇ। ਕਾਰਨ ਕੀ ਹੈ? ਕਿਉਂਕਿ ਦਿਨੋਂ ਦਿਨ ਪੰਜਾਬ ਸਮੇਤ ਹੋਰਨਾਂ ਸੂਬਿਆਂ ਵਿੱਚ ਬਿਜਲੀ ਦੇ ਰੇਟ ਲਗਾਤਾਰ ਵੱਧਦੇ ਜਾ ਰਹੇ ਆ, ਜਿਸ ਕਰਕੇ ਲੋਕ ਬਿਜਲੀ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਆ। ਇਸੇ ਨੂੰ ਲੈ ਕੇ ਇੱਕ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਜੇ ਗੱਲ ਕਰ ਲਈਏ ਦਸ਼ਮੇਸ਼ ਸੋਲਰ ਊਰਜਾ ਦੀ, ਤਾਂ ਉਹਨਾਂ ਵੱਲੋਂ ਘਰਾਂ ਦੇ ਵਿੱਚ, ਹਸਪੀਟਲਾਂ ਦੇ ਵਿੱਚ, ਬੱਸ ਸਟੈਂਡ ਦੇ ਉੱਪਰ ਇੱਕ ਸੋਲਰ ਪੁਆਇੰਟ ਲਾਉਣ ਦਾ ਸ਼ੁਰੂ ਕੀਤੇ ਗਏ ਆ। ਅਤੇ ਉਸੇ ਨੂੰ ਲੈ ਕੇ ਅੱਜ ਫਰੀਦਕੋਟ ਦੇ ਵਿੱਚ ਅਸੀਂ ਹੈਗੇ ਹਾਂ। ਜੋ ਇੱਥੇ ਦਸ਼ਮੇਸ਼ ਸੋਲਰ ਊਰਜਾ ਪਲਾਂਟ ਦੇ MD ਹੈ ਰਾਹੁਲ ਸੱਚਰ ਜੀ, ਆਪਾਂ ਉਹਨਾਂ ਕੋਲੇ ਆਏ ਹੋਏ ਹਾਂ। ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਕਿਵੇਂ ਪ੍ਰੋਜੈਕਟ ਲੱਗਦਾ, ਕਿਵੇਂ ਇਹਦੇ ਲੋਕਾਂ ਨੂੰ ਕਿੰਨਾ ਕੁ ਖਰਚਾ ਆਉਂਦਾ, ਕਿਸ ਤਰ੍ਹਾਂ ਇਹ ਕੰਮ ਕਰਦਾ, ਕਿ ਜਿਹੜੀ ਬਾਕੀ ਬਿਜਲੀ ਬਚ ਜਾਂਦੀ ਹੈ ਉਹ ਉਹਨੂੰ ਸੇਲ ਪਰਚੇਜ਼ ਵੀ ਕਰ ਸਕਦਾ, ਅੱਗੇ ਵੇਚ ਵੀ ਸਕਦਾ। ਕਿਉਂਕਿ ਇਹਦੇ ਲਈ ਕਾਫੀ ਤਰ੍ਹਾਂ ਦੇ ਲੋਕਾਂ ਦੇ ਵਿੱਚ ਇੱਕ ਜਿਵੇਂ ਕਹਿ ਲਈਏ ਵੀ ਛੱਛੋਪੰਜ ਹੈ ਵੀ ਇਹ ਕਿਤੇ ਸਰਕਾਰੀ ਮੁਲਾਜ਼ਮ ਤਾਂ ਨਹੀਂ ਲਵਾ ਸਕਦੇ, ਜਾਂ ਕੋਈ ਪ੍ਰਾਈਵੇਟ ਲਈ ਵੱਖਰਾ ਕਿਸਮ ਦਾ ਕੋਈ ਲੋਨ ਵਗੈਰਾ ਦੀ ਫੈਸਿਲਿਟੀ ਹੁੰਦੀ ਹੈ। ਇਹ ਸਾਰੇ ਮਸਲੇ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਜੋ ਇੱਥੇ ਰਾਹੁਲ ਸੱਚਰ MD ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੱਚਰ ਜੀ, ਬਹੁਤ ਸਵਾਗਤ ਕਰਦੇ ਸਾਡੇ ਚੈਨਲ 'ਤੇ। ਪਹਿਲਾਂ ਥੋੜ੍ਹਾ ਥੈਂਕ ਯੂ ਜੀ, ਤੁਸੀਂ ਟਾਈਮ ਕੱਢਿਆ ਸਾਡੇ ਵਾਸਤੇ। ਇਹ ਬੇਸਿਕਲੀ ਇੱਕ ਗ੍ਰੀਨ ਐਨਰਜੀ ਦਾ ਯਤਨ ਕੀਤਾ ਗਿਆ ਗਵਰਨਮੈਂਟ ਆਫ ਇੰਡੀਆ ਦਾ। ਬੇਸਿਕਲੀ ਤੁਸੀਂ ਧਰਤੀ 'ਤੇ ਵੇਖਿਆ ਨਾ, ਗਲੋਬਲ ਵਾਰਮਿੰਗ ਕਰਕੇ ਹਰੇਕ ਸਾਲ ਗਰਮੈਸ਼ ਵੱਧਦੀ ਜਾ ਰਹੀ ਹੈ, ਜਿਸ ਕਰਕੇ ਵਾਤਾਵਰਣ ਦੇ ਵਿੱਚ ਚੇਂਜਿਸ ਹੀ ਇੰਨੀਆਂ ਆ ਰਹੀਆਂ। ਗਵਰਨਮੈਂਟ ਆਫ ਇੰਡੀਆ ਦਾ ਇੱਕ ਯਤਨ ਹੈ ਕਿ ਅਸੀਂ ਇਹਨੂੰ ਗਲੋਬਲ ਵਾਰਮਿੰਗ ਨੂੰ ਕਿਸੇ ਤਰੀਕੇ ਕੰਟਰੋਲ ਕੀਤਾ ਜਾਵੇ। ਤਾਂ ਉਸ ਨੂੰ ਕੰਟਰੋਲ ਕਰਨ ਵਾਸਤੇ ਇੱਕ ਸੋਲਰ ਪ੍ਰੋਜੈਕਟ ਨੂੰ ਇੰਸਟਾਲ ਕਰਨਾ ਇੱਕ ਮੈਜਰ ਆ, ਉਹਦਾ ਇੱਕ ਤਰੀਕਾ ਉਹਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਧਰਤੀ 'ਤੇ ਗਰਮੈਸ਼ ਘਟ ਜਾਏ। ਪੰਜਾਬ ਗੌਰਮੈਂਟ ਨੇ ਇਸ ਵਿੱਚ ਇੱਕ ਇਨੀਸ਼ੀਏਟਿਵ ਲਿੱਤਾ ਸੀਗਾ। ਵੈਸੇ ਤਾਂ ਇਹ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਪ੍ਰੋਜੈਕਟ। 1970 ਤੋਂ ਬਾਅਦ ਪਹਿਲਾਂ ਸੋਲਰ ਕੁੱਕਰ ਆਏ, ਫਿਰ ਸੋਲਰ ਵਾਟਰ ਹੀਟਰ ਆਏ, ਫਿਰ ਛੋਟੀਆਂ ਸੋਲਰ ਲਾਲਟਨਸ ਆਈਆਂ। ਉਹਨਾਂ ਦਿਨਾਂ ਦੇ ਵਿੱਚ ਸੋਲਰ ਇਕੁਇਪਮੈਂਟ ਬਹੁਤ ਜ਼ਿਆਦਾ ਮਹਿੰਗਾ ਹੁੰਦਾ ਸੀਗਾ, ਜਦੋਂ ਕਿ ਹਰੇਕ ਬੰਦੇ ਦੀ ਰੀਚ ਵਿੱਚ ਨਹੀਂ ਸੀਗਾ। ਪਰ ਪਿਛਲੇ ਦਿਨਾਂ 2012 ਵਿੱਚ ਇੱਕ ਪੰਜਾਬ ਸਰਕਾਰ ਦੀ ਪਾਲਿਸੀ ਆਈ ਥਰੂ MNRE, ਜਿਹੜੀ ਸਾਡੀ ਸੈਂਟਰ ਦੀ ਬੋਡੀ ਹੈ, ਮਿਨਿਸਟਰੀ ਆਫ ਨਿਊ ਐਂਡ ਰੀਨਿਊਏਬਲ ਐਨਰਜੀ। ਉਹਨਾਂ ਨੇ ਇੱਕ ਬਹੁਤ ਵਧੀਆ ਸਕੀਮ ਲੈ ਕੇ ਆਂਦੀ, ਨੈਟ ਮੀਟਰਿੰਗ। ਇਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਬੈਟਰੀ ਨਹੀਂ ਲੱਗਦੀ। ਤੁਸੀਂ ਕਰੰਟ ਪ੍ਰੋਡਿਊਸ ਕਰੋ ਆਪਦੀ ਛੱਤ 'ਤੇ, ਜਿੰਨਾ ਤੁਸੀਂ ਕਰੰਟ ਵਰਤ ਲਿਆ ਉਹ ਡਾਇਰੈਕਟਲੀ ਵਰਤੋ। ਜਿਹੜਾ ਲੈਫਟ ਓਵਰ ਕਰੰਟ ਆ, ਫਾਲਤੂ ਕਰੰਟ, ਉਹ ਗੌਰਮੈਂਟ ਨੂੰ ਵਾਪਸ ਭੇਜ ਦਿਓ। ਜਦੋਂ ਸ਼ਾਮ ਹੋਊਗੀ, ਸੂਰਜ ਨਹੀਂ ਹੋਊਗਾ, ਉਸੇ ਕਰੰਟ ਨੂੰ ਤੁਸੀਂ ਸ਼ਾਮ ਨੂੰ ਗੌਰਮੈਂਟ ਤੋਂ ਵਾਪਸ ਲੈ ਲਓ। ਮਹੀਨੇ ਬਾਅਦ ਤੁਹਾਡਾ ਹਿਸਾਬ ਕਿਤਾਬ ਹੋ ਜਾਊਗਾ ਵੀ ਤੁਸੀਂ ਬਣਾਈ ਕਿੰਨੀ ਅਤੇ ਤੁਸੀਂ ਵਰਤੀ ਕਿੰਨੀ। ਜੇ ਤੁਸੀਂ ਬਣਾਈ ਜ਼ਿਆਦਾ ਅਤੇ ਜਿਹੜਾ ਐਕਸਟਰਾ ਕਰੰਟ ਉਹ ਨੈਕਸਟ ਮੰਥ 'ਚ ਫਾਰਵਰਡ ਹੋ ਜਾਊਗਾ। ਜੇ ਤੁਸੀਂ ਖਪਤ ਜ਼ਿਆਦਾ ਕੀਤੀ ਆ ਅਤੇ ਉਹ ਫਾਲਤੂ ਕਰੰਟ ਜਿਹੜਾ ਐਕਸਟਰਾ ਤੁਸੀਂ ਗੌਰਮੈਂਟ ਤੋਂ ਲਿੱਤਾ ਉਹਦਾ ਬਿੱਲ ਆ ਜਾਊਗਾ। ਔਰ ਸੋਲਰ ਪੈਨਲ ਇੱਕ ਵਾਰੀ ਲਵਾ ਲਓ, ਇਹਦੀ 25 ਸਾਲ ਦੀ ਵਾਰੰਟੀ ਆ। 25 ਸਾਲ ਦੀ ਲਾਈਫ ਤਾਂ ਇਹਦੀ 100 ਈਅਰਸ ਆ, ਪਰ 25 ਸਾਲ ਇਹਨੇ ਕਰੰਟ ਬਣਾਉਣਾ। ਔਰ ਜਿਹੜੀ ਕੰਪਨੀ ਤੋਂ ਲਵਾ ਰਹੇ ਹੋ ਗਰੰਟੀ ਦੇ ਰਹੀ ਹੈ। ਆਈ ਥਿੰਕ ਇਹ
ਵਿਨ ਵਿਨ ਸਿਚੁਏਸ਼ਨ ਆ ਗੌਰਮੈਂਟ ਵਾਸਤੇ ਵੀ, ਲੋਕਾਂ ਵਾਸਤੇ ਵੀ ਤੇ ਕੰਪਨੀਆਂ ਵਾਸਤੇ ਵੀ। ਬੜੀ ਵੱਡੀ ਅਚੀਵਮੈਂਟ ਕੀਤੀ ਤੁਸੀਂ। ਲੇਹ ਲਦਾਖ ਤੋਂ ਲੈ ਕੇ ਫਿਰ ਪੰਜਾਬ ਦੇ 에ਅਰਪੋਰਟਸ ਤੱਕ ਪਹੁੰਚ ਚੁੱਕੇ ਹੋ। ਕਿਵੇਂ ਰਿਹਾ ਉਹ ਰੁਝਾਨ? ਲੇਹ ਲਦਾਖ ਦੇ ਵਿੱਚ ਤਾਂ ਕਹੀ ਜਾਂਦੇ ਬਹੁਤ ਠੰਡ ਹੁੰਦੀ ਹੈ, ਜਿੱਦਾਂ ਇੱਕ ਨਟ ਵੀ ਮਤਲਬ ਉੱਪਰ ਜਾਣਾ ਬਹੁਤ ਔਖਾ ਹੋ ਜਾਂਦਾ। ਕਿਵੇਂ ਉੱਥੇ ਪ੍ਰੋਜੈਕਟ ਲਾਉਣ ਦਾ ਇਹ ਆਇਆ? ਤੋਂ ਬੇਸਿਕਲੀ ਅਸੀਂ 2014 ਵਿੱਚ ਇੰਡੀਅਨ ਆਇਲ ਦੇ ਪੈਟਰੋਲ ਪੰਪਾਂ ਤੇ ਸੋਲਰ ਲਾਉਣਾ ਸ਼ੁਰੂ ਕੀਤਾ ਸੀਗਾ। ਇੰਡੀਅਨ ਆਇਲ ਇੱਕ ਇਹੋ ਜਿਹਾ ਅਦਾਰਾ ਜਿਹੜਾ PSU ਬਾਡੀ ਆ ਸਾਡੀ ਇੰਡੀਅਨ ਗਵਰਨਮੈਂਟ ਦੀ, ਇਹਦੇ ਵਿੱਚ ਅਸੀਂ ਪੂਰੇ ਨਾਰਥ ਇੰਡੀਆ 'ਚ ਕੰਮ ਕਰਨ ਦਾ ਮੌਕਾ ਮਿਲਿਆ। ਪਹਿਲਾਂ ਅਸੀਂ ਛੋਟੇ ਪੈਟਰੋਲ ਪੰਪਾਂ ਤੇ ਸੋਲਰ ਲਾਉਂਦੇ ਸੀਗੇ। ਉਹਨਾਂ ਨੇ ਸਾਨੂੰ ਇਹਦੇ 'ਚ ਸਾਡੀ ਕੰਮ ਦੇਖ ਕੇ ਉਹਨਾਂ ਨੇ ਇੱਕ ਓਪਰਚੁਨਿਟੀ ਕ੍ਰੀਏਟ ਕੀਤੀ ਕਿ ਇਹ ਬੰਦੇ ਠੀਕ ਕੰਮ ਕਰਦੇ। ਉਹਨਾਂ ਨੇ ਸਾਨੂੰ ਆਪਦੇ ਨੈਸ਼ਨਲ ਵੈਂਡਰ ਇੰਪੈਨਲ ਕਰ ਲਿਆ ਸਾਨੂੰ। ਉਸ ਤੋਂ ਬਾਅਦ ਉਹਨਾਂ ਦੇ ਜਿੱਥੇ ਅਦਾਰੇ ਸੀਗੇ ਅਸੀਂ ਉਹਦੇ ਲਈ ਐਲੀਜੀਬਲ ਹੋ ਗਏ। ਫਿਰ ਅਸੀਂ ਫਰੀਦਕੋਟ ਦੇ ਵਿੱਚ ਤਾਂ ਅਸੀਂ ਨੋ ਡਾਊਟ ਅਸੀਂ ਬੇਸਡ ਐਟ ਫਰੀਦਕੋਟ, ਪਰ ਅਸੀਂ ਇੱਥੋਂ ਰਹਿ ਕੇ UP ਵਿੱਚ ਗੋਂਡਾ ਬਾਰਡਰ 'ਤੇ ਲਖੀਮਪੁਰ ਖੇਰੀ, ਫਿਰ ਰਾਮਪੁਰ ਡਿਸਟ੍ਰਿਕਟ, ਵਾਰਾਣਸੀ, ਇਲਾਹਾਬਾਦ, ਆਜ਼ਮਗੜ੍ਹ, ਇਹ ਫਿਰ ਇਹ ਤੋਂ ਬਾਅਦ ਰਾਜਸਥਾਨ 'ਚ ਆ ਜਾਓ ਟਿਲ ਅਸੀਂ ਆਪਣੇ ਬੀਕਾਨੇਰ, ਫਰਦਰ ਬਾੜਮੇਰ, ਉਦੋਂ ਅੱਗੇ ਉੱਪਰ ਮਤਲਬ ਜਿੰਨਾ ਵੀ ਪੂਰਾ ਰਾਜਸਥਾਨ ਕਵਰ ਕੀਤਾ। ਰਾਜਸਥਾਨ ਦੇ ਨਾਲ ਸਾਨੂੰ ਹਰਿਆਣਾ, ਪੰਜਾਬ, ਈਵਨ ਇੱਧਰ ਜੰਮੂ ਕਸ਼ਮੀਰ ਵਿੱਚ ਇੱਕ ਅਲੱਗ ਹੀ ਐਕਸਪੀਰੀਅੰਸ ਸੀ, ਜਿੱਥੇ ਮਤਲਬ ਐਕਸੈਸਿਬਿਲਿਟੀ ਨਹੀਂ ਹੈਗੀ। ਪਹੁੰਚਣਾ ਤਾਂ ਬਹੁਤ ਵੱਡੀ ਗੱਲ ਆ, ਉੱਥੋਂ ਦਾ ਨਾਮ ਲੈਣ ਲੱਗੇ ਹੀ ਲੋਕ ਡਰਦੇ ਆ ਵੀ ਉੱਥੇ ਪਹੁੰਚ ਕੇ ਪਤਾ ਨਹੀਂ ਵਾਪਸ ਆਇਆ ਜਾਊਗਾ ਕਿ ਨਹੀਂ। ਸਾਨੂੰ ਇੰਡੀਅਨ ਆਇਲ ਦੇ ਥਰੂ ਇੰਡੀਅਨ ਆਇਲ ਦਾ ਇੱਕ ਬਲਕ ਡਿਪੂ ਪੈਟਰੋਲੀਅਮ ਆ। ਬਲਕ ਡਿਪੂ ਪੈਟਰੋਲੀਅਮ ਹੁੰਦਾ ਕਿ ਜਿੱਥੇ ਤੇਲ ਸਟੋਰ ਕੀਤਾ ਜਾਂਦਾ, ਕਿਉਂਕਿ ਸਾਰਾ ਸਾਲ ਉੱਥੇ ਪਹੁੰਚਣਾ ਔਖਾ। ਅਤੇ ਇੰਡੀਅਨ ਆਇਲ ਆਪਦੇ ਜਿਹੜੇ ਡੀਪੂਜ਼ ਹੈਗੇ ਆ ਜਿੱਥੇ ਉਹ ਬਲਕ 'ਚ ਤੇਲ ਸਟੋਰ ਕਰਦੇ ਆ, ਉਹਨਾਂ ਦੇ ਵਿੱਚ ਉੱਥੇ ਤੇਲ ਸਟੋਰ ਗਰਮੀਆਂ 'ਚ ਕਰ ਲੈਂਦੇ ਤਾਂ ਕਿ ਸਰਦੀਆਂ ਜਦੋਂ ਬਰਫ਼ ਪਵੇ ਉੱਥੋਂ ਲੋਕਾਂ ਨੂੰ ਸਹਾਇਤਾ ਮਿਲ ਜੇ। ਉਹ ਤੇਲ ਹੋਗਾ ਇੰਡੀਅਨ ਆਰਮੀ ਨੂੰ ਵੀ ਦਿੱਤਾ ਜਾਂਦਾ। ਤਾਂ ਉੱਥੋਂ ਵਾਸਤੇ ਇੱਕ ਪ੍ਰੋਜੈਕਟ ਵਾਸਤੇ ਉਹਨਾਂ ਨੇ ਵੈਂਡਰ ਚੂਜ਼ ਕੀਤੇ, ਟੈਂਡਰ ਹੋਇਆ। ਉਹ ਇੱਕ ਜਿਹੜਾ ਪ੍ਰੋਜੈਕਟ ਸੀਗਾ ਉਹ ਇੱਕ ਨੋਰਮਲ ਪ੍ਰੋਜੈਕਟ ਨਹੀਂ ਸੀਗਾ। ਪਹਿਲੀ ਗੱਲ ਤਾਂ ਉੱਥੇ ਪਹੁੰਚਣਾ ਔਖਾ, ਨੰਬਰ 2 ਤੇ ਉੱਥੇ ਸਰਵਿਸ ਦੇਣੀ ਔਖੀ, ਔਰ ਨੰਬਰ 3 ਤੇ ਉਸ ਟੈਂਡਰ ਦੇ ਵਿੱਚ ਤੁਹਾਨੂੰ ਕੰਮ ਮਿਲਣਾ ਸਭ ਤੋਂ ਹੀ ਵੱਡਾ ਔਖਾ ਸੀ। ਉਹਨਾਂ ਨੇ ਇਹ ਟੈਂਡਰ 2 ਵਾਰੀ ਹੋਇਆ, ਫਿਰ ਕੋਈ ਸਾਊਥ ਦੇ ਬੰਦੇ ਨੇ ਕੀਤਾ, ਕਦੇ ਅਲੱਗ-ਅਲੱਗ ਬੰਦਿਆਂ ਨੇ ਬਿਡ ਕੀਤਾ, ਪਰ ਉਹ ਹਰੇਕ ਵਾਰੀ ਉਹਨੂੰ ਰਿਜੈਕਟ ਕਰਤਾ। ਉਹਨਾਂ ਦੀਆਂ ਕਦੇ ਟੈਕਨੀਕਲੀ ਨਹੀਂ ਕੁਆਲੀਫਾਈ ਕੀਤੇ, ਕਦੇ ਉਹ ਸਰਵਿਸ ਵਾਈਜ਼ ਨਹੀਂ ਕੁਆਲੀਫਾਈ ਕੀਤੇ। ਅਤੇ ਲੇਹ ਲਦਾਖ ਵਿੱਚ ਸਾਨੂੰ ਉਹਨਾਂ ਨੇ ਚੂਜ਼ ਕੀਤਾ, ਔਰ ਇਹ ਇੰਡੀਆ ਦਾ ਨਹੀਂ, ਇਹ ਵਰਲਡ ਦਾ ਲਾਰਜੈਸਟ ਹਾਈਟ 'ਤੇ ਸੋਲਰ ਪ੍ਰੋਜੈਕਟ ਲੱਗਿਆ ਪਿਆ। ਔਰ ਆਈ ਥਿੰਕ ਇਹ ਸਾਡੇ ਵਾਸਤੇ ਪ੍ਰਾਊਡ ਹੈਗਾ ਕਿ ਅਸੀਂ ਇਸ ਪ੍ਰੋਜੈਕਟ ਦੇ ਵਿੱਚ ਭਾਗੀਦਾਰ ਬਣੇ। ਨੋ ਡਾਊਟ ਪੈਸੇ ਉਹਨਾਂ ਨੇ ਲਾਏ, ਪਰ ਸਾਨੂੰ ਤਾਂ ਇੰਨੀ ਖੁਸ਼ੀ ਹੈ ਕਿ ਅਸੀਂ ਇਹ ਲਾਉਣ ਦੀ ਓਪਰਚੁਨਿਟੀ ਸਾਨੂੰ ਦਿੱਤੀ। ਲੋਕਾਂ ਦਾ ਵੀ ਸਹਿਯੋਗ ਰਿਹਾ। ਨਹੀਂ, ਮੈਂ ਆ ਰਿਹਾ ਤੁਹਾਡੀ ਉਸੇ ਗੱਲ ਤੇ ਆ ਰਿਹਾ। ਉਮਰ ਛੋਟੀ ਹੈ, ਕੈਨੇਡਾ ਤੋਂ ਵਾਪਸ ਆ ਗਏ ਜੀ, ਕਿਵੇਂ ਇੱਧਰਲੀ ਰੁਝਾਨ ਕਿਵੇਂ ਬਣ ਗਿਆ ਵੀ ਆਪਾਂ ਇਹ ਊਰਜਾ ਵਾਲਾ ਪ੍ਰੋਜੈਕਟ ਲਾਉਣਾ ਹੈ? ਕਿਉਂਕਿ ਇਸ ਪ੍ਰੋਜੈਕਟ ਲਈ ਲਾਉਣ ਲਈ ਪਹਿਲਾਂ ਤਾਂ ਮਤਲਬ ਪਲੈਨਿੰਗ ਵੀ ਹੋਣੀ ਬਹੁਤ ਜ਼ਰੂਰੀ ਹੈ, ਹੈ ਨਾ। ਇੱਕ ਛੋਟੇ ਜਿਹੇ ਡਿਸਟ੍ਰਿਕਟ ਫਰੀਦਕੋਟ ਤੋਂ ਉੱਠ ਕੇ ਪੂਰੇ ਦੇਸ਼ ਦੇ ਵਿੱਚ ਜਾਣਾ, ਕਿਵੇਂ ਦਾ ਰਿਹਾ ਅਚੀਵਮੈਂਟ? ਬੇਸਿਕਲੀ ਜੀ ਮੈਂ 2007 ਵਿੱਚ ਕੈਨੇਡਾ ਗਿਆ ਸੀਗਾ ਅਤੇ ਮੈਂ 2011 'ਚ ਵਾਪਸ ਆ ਗਿਆ। ਅਸੀਂ 2 ਬ੍ਰਦਰ, ਇੱਕ ਬ੍ਰਦਰ ਬਾਹਰ ਆ ਅਤੇ ਫਿਰ ਇੱਕ ਜਣਾ ਵਾਪਸ ਆ ਗਿਆ। ਉੱਥੇ ਵੀ ਮੈਂ IBM ਵਿੱਚ ਕੰਮ ਕੀਤਾ, ਕੰਪਿਊਟਰ ਸਾਇੰਸ ਦੀ ਡਿਗਰੀ ਕੀਤੀ। ਅਤੇ ਜਦੋਂ ਮੈਂ ਵਾਪਸ ਆਇਆ ਤਾਂ ਮੇਰੀ ਸੋਚ ਸੀਗੀ ਕੋਈ ਇਹੋ ਜਿਹਾ ਕੰਮ ਕੀਤਾ ਜਾਵੇ ਜਿਹੜਾ ਕਨਵੈਨਸ਼ਨਲ ਨਾ ਹੋਵੇ। ਜਿਵੇਂ ਸਾਡੇ ਪੈਰੈਂਟਲ ਕੰਮ ਸਾਡਾ ਹੈਗਾ ਪੈਟਰੋਲ ਪੰਪ ਦਾ, ਸਾਡੇ ਕੋਲ ਬੜੇ ਵਧੀਆ ਰਾਜਸਥਾਨ ਲੋਕੇਸ਼ਨ 'ਤੇ ਪੰਪ ਹੈਗੇ ਆ, ਕੋਟਕਪੂਰਾ ਵੀ ਹੈਗਾ। ਅਤੇ ਉਹ ਇੱਕ ਟਰਡੀਸ਼ਨਲ ਕੰਮ ਸੀਗਾ ਬਈ ਸੁਬਾਹ ਚਲੇ ਜਾਓ, ਉਹ ਮਤਲਬ ਕੋਈ ਚੈਲੰਜ ਨਹੀਂ ਹੈਗਾ ਸੀਗਾ, ਬਣਿਆ ਬਣਾਇਆ ਸੀਗਾ। ਔਰ ਪਲੱਸ ਨੰਬਰ 2 ਤੇ ਉਹਦੇ 'ਚ ਨਾ ਗਰੋਥ ਨਹੀਂ ਹੈਗੀ। ਪੈਟਰੋਲ ਪੰਪ 'ਤੇ ਤੁਸੀਂ ਅੱਜ ਖੋਲ੍ਹ ਲਿਆ ਪੰਪ, ਤੁਸੀਂ ਪੈਟਰੋਲ ਪੰਪ 'ਤੇ ਆਪਦੇ ਤੋਂ 20 ਕਿਲੋਮੀਟਰ ਦੂਰ ਜਾ ਕੇ ਤੇਲ ਨਹੀਂ ਵੇਚ ਸਕਦੇ, ਨਵਾਂ ਪੰਪ ਸ਼ੁਰੂ ਹੋ ਜਾਂਦਾ। ਤਾਂ ਉਹਦੀ ਇੱਕ ਬਾਊਂਡਰੀ ਡਿਫਾਈਨ ਸੀ ਅਤੇ ਅਸੀਂ ਇਹ ਬਾਊਂਡਰੀ ਤੋਂ ਪਾਸੇ ਹਟ ਕੇ ਕੁਛ ਕਰਨਾ ਚਾਹੁੰਦੇ ਸੀ। ਅਤੇ ਜਦੋਂ ਅਸੀਂ 2011 ਸ਼ੁਰੂ ਕੀਤਾ ਅਤੇ ਕੁਛ ਲੋਕਾਂ ਦਾ ਇਹ ਜੋਕ ਦਾ ਵੀ ਵਿਸ਼ਾ ਬਣ ਗਿਆ ਵੀ ਇਹ ਪਤਾ ਨਹੀਂ ਚੱਲੂਗਾ ਕਿ ਨਹੀਂ, ਅਤੇ ਉਹਨਾਂ ਨੂੰ ਵਿਜ਼ਨ ਨਹੀਂ ਹੈਗਾ ਸੀ। ਪਰ ਮੇਰੇ ਕੋਲ ਵਿਜ਼ਨ ਸੀਗਾ ਕਿ ਜਿੰਨਾ ਜ਼ਰੂਰਤ ਅੱਜ ਪਾਣੀ ਆ, ਜਿੰਨਾ ਜ਼ਰੂਰੀ ਅੱਜ ਪੈਟਰੋਲ ਆ, ਜਿੰਨਾ ਜ਼ਰੂਰੀ ਹੈ ਡੀਜ਼ਲ ਆ, ਇਹਨਾਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਅੱਜ ਲਾਈਟ ਬਣ ਚੁੱਕੀ ਆ। ਅਸੀਂ ਲਾਈਟ ਤੋਂ ਬਿਨਾਂ 1 ਮਿੰਟ ਵੀ ਨਹੀਂ ਰਹਿ ਸਕਦੇ। ਜਿੱਥੇ ਸਾਡੇ ਕੋਲ ਲਾਈਟ ਨਹੀਂ ਹੁੰਦੀ ਅਸੀਂ ਉੱਥੋਂ ਬੈਟਰੀ 'ਚ ਪਹੁੰਚਾ ਕੇ ਲਾਈਟ ਲੈ ਜਾਂਦੇ, ਪਰ ਲਾਈਟ ਤੋਂ ਬਿਨਾਂ ਰਹਿੰਦੇ ਨਹੀਂ ਗੇ। ਅਮੀਰ, ਗਰੀਬ, ਐਵਰੀਵਨ, ਹਰ ਵਰਗ ਦੇ ਲੋਕ, ਜਿਹਦੇ ਵਿੱਚ ਜਿਹੜੇ ਕੋਈ ਰੇਹੜੀ ਵਾਲਾ ਬੰਦਾ ਉਹ ਸਾਡੇ ਲਾਲਟਨ ਦਾ ਕਸਟਮਰ ਆ, ਜੇ ਕੋਈ ਨਾਰਮਲ ਘਰ ਦਾ ਉਹ ਸਾਡੇ ਛੋਟੇ ਪ੍ਰੋਜੈਕਟ ਦਾ ਕਸਟਮਰ ਆ, ਏਅਰਪੋਰਟ, ਕੋਈ ਵੀ ਚੀਜ਼ ਲੈ ਲਓ। ਅਤੇ ਅਸੀਂ ਇੱਕ
ਫੀਲਡ ਨੂੰ ਚੂਜ਼ ਕੀਤਾ ਔਰ ਸਾਡਾ ਆਈ ਥਿੰਕ ਸਹੀ ਕਲਿੱਕ ਰਿਹਾ, ਜੋ ਸਾਡੀ ਸੋਚ ਸੀ ਉਵੇਂ ਗਿਆ। ਔਰ ਮੈਨੂੰ ਤਾਂ ਇਹ ਲੱਗਦਾ ਵੀ ਜਿਸ ਤਰੀਕੇ ਦੁਨੀਆ ਦੇ ਵਿੱਚ ਦੂਸਰੇ ਸੋਰਸ ਮਹਿੰਗੇ ਹੋ ਰਹੇ ਆ, ਜਿਵੇਂ ਤੁਸੀਂ ਕੋਲੇ ਤੋਂ ਲਾਈਟ ਪ੍ਰੋਡਿਊਸ ਕਰਨੀ ਆ ਜਾਂ ਹੋਰ ਚੀਜ਼ ਤੋਂ ਪ੍ਰੋਡਿਊਸ ਕਰਨੀ ਆ, ਇਹ ਇੰਨੀ ਕੁ ਮਹਿੰਗੀਆਂ ਹੋ ਜਾਣੀਆਂ ਕਿ ਲੋਕਾਂ ਨੂੰ ਅਫੋਰਡ ਨਹੀਂ ਕੀਤਾ ਜਾਣਾ। ਜੇ ਆਪਾਂ ਗੱਲ ਕਰ ਲਈਏ ਸਕੂਲਾਂ ਕਾਲਜਾਂ ਤੋਂ ਸਟਾਰਟ ਹੋ ਕੇ ਗੁਰਦੁਆਰਾ ਸਾਹਿਬ ਤੇ ਆ ਗਏ, ਉਸ ਹਸਪਤਾਲ ਆ ਗਏ, ਸਰਕਾਰੀ ਅਦਾਰੇ ਆ ਗਏ, ਉਸ ਤੋਂ ਬਾਅਦ ਸਿਨੇਮਾ ਘਰ, ਇੰਡਸਟਰੀਜ਼, ਇੱਕੋ ਦਮ 에ਅਰਪੋਰਟ ਤੇ ਪਹੁੰਚ ਜਾਣਾ ਕਿਵੇਂ ਦਾ ਰਿਹਾ ਹੋ? ਕਿਉਂਕਿ 에ਅਰਪੋਰਟ ਤਾਂ ਮਤਲਬ ਕੇਂਦਰ ਦੇ ਅੰਡਰ ਆ ਗਏ, ਉਸ ਤੋਂ ਬਾਅਦ ਉਹਨਾਂ ਉੱਥੇ ਜਾ ਕੇ ਸਾਰਾ ਅਚੀਵਮੈਂਟ ਕਰਨਾ, ਲਾਉਣਾ ਪ੍ਰੋਜੈਕਟ, ਕਿੰਨਾ ਕੁ ਖਰਚਾ ਆ ਰਿਹਾ ਇਹਦੇ ਉੱਪਰ ਲਾਉਣ ਦੇ ਉੱਪਰ, ਤੇ ਇਹਦੇ ਮਤਲਬ ਜੇ ਆਮ ਲੋਕ ਹੈ ਜਿਹੜੇ ਉਹ ਕਿਵੇਂ ਇਹਨੂੰ ਲਵਾ ਸਕਦੇ ਆ? ਪਹਿਲਾਂ ਤਾਂ ਆਪਾਂ ਗੱਲ ਕਰਦੇ ਹਾਂ ਜੀ, ਹੌਸਪੀਟਲਾਂ ਵਿੱਚ ਖਪਤ ਬਹੁਤ ਜ਼ਿਆਦਾ, ਬੜੇ ਹੈਵੀ ਅਮਾਊਂਟਸ ਦੇ ਬਿੱਲ ਆਉਂਦੇ ਉਹਨਾਂ ਦੇ, ਅਤੇ ਉਹਨਾਂ ਨੇ ਤਾਂ ਇਹਨੂੰ ਪਹਿਲਾਂ ਹੀ ਅਡੋਪਟ ਕਰ ਲਿਆ ਸੀ। 2012 ਵਿੱਚ ਸਭ ਤੋਂ ਵੱਡਾ ਯੂਨਿਟ ਪਹਿਲਾਂ ਉਦੋਂ ਗਰਗ ਹੌਸਪੀਟਲ ਮੋਗਾ ਲਾਇਆ ਸੀ 100 ਕਿਲੋਵਾਟ ਦਾ। ਉਦੋਂ ਬਾਅਦ ਅਸੀਂ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ ਵਿੱਚ 650 ਕਿਲੋਵਾਟ ਦਾ ਲਾਇਆ। ਇਵੇਂ 1000 ਕਿਲੋਵਾਟ ਪਿਛਲੇ ਮਹੀਨੇ ਅਸੀਂ ਭਗਵਤੀ ਇਲੈਕਟ੍ਰੋ ਰਾਈਸ ਮਿਲਸ ਫਿਰੋਜ਼ਪੁਰ ਲਾਇਆ, ਗੋਬਿੰਦਗੜ੍ਹ ਲਾਏ ਪਲਾਂਟ। ਇੰਡਸਟਰੀ ਤਾਂ ਇਹਨੂੰ ਅਡੋਪਟ ਕਰ ਹੀ ਚੁੱਕੀ ਆ। ਡੋਮੈਸਟਿਕ ਵਿੱਚ ਥੋੜ੍ਹਾ ਜਿਹਾ ਚੈਲੰਜ ਹੁੰਦਾ ਲੋਕਾਂ ਨੂੰ ਕਿ ਅਸੀਂ ਇੱਕੋ ਦਮ ਇੰਨੇ ਪੈਸੇ ਕਿਵੇਂ ਦਈਏ। ਬਿਜ਼ਨਸ ਵਾਲਾ ਤਾਂ ਕੋਈ ਲੋਨ ਲੈ ਲੈਂਦਾ, ਕੁਛ ਕਰ ਲੈਂਦਾ। ਇੰਡਸਟਰੀ ਵਾਸਤੇ ਪਹਿਲਾਂ ਹੀ ਅਡੋਪਟਡ ਸੀ, ਡੋਮੈਸਟਿਕ ਨੇ ਵੀ ਇਹਨੂੰ ਅਡੋਪਟ ਕਰ ਲਿਆ। ਮੈਂ ਤੁਹਾਨੂੰ ਲੋਨ ਦੇ ਬਾਰੇ ਵੀ ਦੱਸਦਾ। ਫਿਰ ਤੁਸੀਂ ਇੱਕ ਸੀਗਾ 에ਅਰਪੋਰਟ 'ਤੇ ਅਗੇਨ, ਜਿਵੇਂ ਅਸੀਂ ਇੰਡੀਅਨ ਆਇਲ ਦੇ ਵਿੱਚ ਗਏ, ਅਤੇ ਇੰਡੀਅਨ ਆਇਲ ਦੇ ਵਿੱਚ ਅਸੀਂ ਹੋਰ ਮਹਿਕਮਿਆਂ 'ਤੇ ਵੀ ਇੰਪੈਨਲਡ ਹਾਂ। ਇੰਡੀਅਨ ਆਇਲ ਦੇ ਕ੍ਰੈਡੈਂਸ਼ੀਅਲਸ ਯੂਜ਼ ਕਰਕੇ ਅਸੀਂ 에ਅਰਪੋਰਟ 'ਚ ਐਂਟਰ ਕਰ ਗਏ। 에ਅਰਪੋਰਟ ਅਥਾਰਟੀ ਆਫ ਇੰਡੀਆ ਕਿ ਇਹੋ ਜਿਹਾ ਮਹਿਕਮਾ, ਜੇ ਨਾਰਮਲ ਬੰਦੇ ਨੇ 에ਅਰਪੋਰਟ 'ਤੇ ਜਾਣਾ ਉਹਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ, ਅਤੇ ਜੇ ਤੁਸੀਂ ਉੱਥੇ ਕੰਮ ਕਰਨਾ ਤੁਹਾਡੀ ਕਿੰਨੀ ਸਿਕਿਉਰਿਟੀ ਪਾਸ ਕਰਨੀ ਹੁੰਦੀ ਆ। ਉਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਸਫ਼ਰ ਤੈਅ ਹੁੰਦਾ ਗਿਆ, ਪਤਾ ਨਹੀਂ ਗੋਡ ਨੇ ਮਤਲਬ ਪਰਮਾਤਮਾ ਨੇ ਚਾਹਿਆ, ਉਹ ਆਪੇ ਹੀ ਸਫ਼ਰ ਉਵੇਂ ਹੀ ਬਣਦਾ ਗਿਆ। ਔਰ ਅਸੀਂ ਅੰਮ੍ਰਿਤਸਰ 에ਅਰਪੋਰਟ 'ਤੇ ਵੀ ਲਾਤਾ, ਬਠਿੰਡਾ 'ਤੇ ਵੀ ਲਾਤਾ, ਅਸੀਂ 1-2 ਹੋਰ 에ਅਰਪੋਰਟਸ 'ਤੇ ਬਿਡ ਕੀਤੀ ਹੋਈ ਆ। ਉਹ ਆਪੇ ਹੀ ਰਸਤਾ ਤੈਅ ਹੁੰਦਾ ਗਿਆ। ਕੋਈ ਵੀ ਬੰਦਾ ਐਡੀ ਜਰਨੀ ਮੈਪ ਨਹੀਂ ਕਰ ਸਕਦਾ, ਡਿਜ਼ਾਈਨ ਨਹੀਂ ਕਰ ਸਕਦਾ। ਇਹ ਪਤਾ ਨਹੀਂ ਓਪਰਚੁਨਿਟੀ ਐਵੇਂ ਆਉਂਦੀ ਗਈ, ਪਤਾ ਨਹੀਂ ਰੈਫਰੈਂਸਿਸ ਤੋਂ ਚੱਲਦਾ ਰਿਹਾ। ਜੇ ਆਪਾਂ ਗੱਲ ਕਰ ਲਈਏ ਬ੍ਰਾਂਚਾਂ ਦੀ, ਪੰਜਾਬ ਦੇ ਵਿੱਚ ਕਿੱਥੇ ਕਿੱਥੇ ਬ੍ਰਾਂਚਾਂ ਖੁੱਲ੍ਹ ਗਈਆਂ ਆਪਣੀਆਂ ਹੁਣ? ਬੇਸਿਕਲੀ ਜੀ ਅਸੀਂ ਜੈਕਸਨ ਕੰਪਨੀ ਨਾਲ ਕੰਮ ਕਰਦੇ ਹਾਂ। ਜਿਹੜਾ ਸਾਡਾ ਮੇਨ ਆਫਿਸ ਆ, ਅਸੀਂ ਹੁਣ ਤਾਂ ਆਪਾਂ ਫਰੀਦਕੋਟ ਬੈਠੇ ਹਾਂ ਜਿੱਥੋਂ ਅਸੀਂ ਕੰਮ ਸ਼ੁਰੂ ਕੀਤਾ ਸੀ। ਜਿਹੜਾ ਸਾਡਾ ਮੇਨ ਆਫਿਸ ਲੁਧਿਆਣੇ ਬਣਿਆ ਹੋਇਆ ਰੁਦਰਾ ਇਨਕਲੇਵ ਇੰਡਸਟਰੀਅਲ ਏਰੀਆ 'ਚ, ਅਸੀਂ ਉੱਥੋਂ ਸੈਂਟਰਲੀ ਸਾਰਾ ਪ੍ਰੋਜੈਕਟਸ ਕਰਦੇ ਹਾਂ। ਉੱਥੋਂ ਸਾਡਾ ਵੇਅਰ ਹਾਊਸ ਬਣਿਆ ਹੋਇਆ। ਉੱਥੋਂ ਅਸੀਂ ਜਿਵੇਂ ਛੋਟੇ ਛੋਟੇ ਪ੍ਰੋਜੈਕਟਸ ਕਰਨ ਵਾਸਤੇ ਅਸੀਂ ਅਪ ਟੂ 10-20 ਕਿਲੋਵਾਟ ਵਾਸਤੇ ਹਰੇਕ ਸ਼ਹਿਰ ਦੇ ਵਿੱਚ ਕੰਪਨੀ ਦਾ ਇੱਕ ਨੁਮਾਇੰਦਾ ਚੂਜ਼ ਕਰ ਰੱਖਿਆ, ਜਿਹਨੂੰ ਅਸੀਂ ਡੀਲਰ ਕਹਿ ਦਿੰਦੇ ਹਾਂ। ਸੋ ਹਰੇਕ ਸ਼ਹਿਰ ਦੇ ਵਿੱਚ, ਰੋਪੜ 'ਚ ਜਾਓਗੇ ਰੋਪੜ 'ਚ ਡੀਲਰ ਹੈਗਾ, ਬਰਨਾਲੇ ਜਾਓਗੇ ਬਰਨਾਲੇ ਡੀਲਰ ਹੈਗਾ, ਲੁਧਿਆਣੇ ਜਾਓਗੇ ਲੁਧਿਆਣੇ ਤਾਂ ਸਾਡਾ ਅਸੀਂ ਆਪ ਹੀ ਕਰਦੇ ਪਏ ਹਾਂ। ਇਵੇਂ ਹਰੇਕ ਸ਼ਹਿਰ 'ਚ, ਅੰਮ੍ਰਿਤਸਰ, ਤੁਸੀਂ ਕੋਈ ਵੀ ਪੰਜਾਬ ਦਾ ਸ਼ਹਿਰ ਦਾ ਨਾਮ ਲਾਓਗੇ, ਉਹ ਆਟੋਮੈਟਿਕਲੀ ਉੱਥੇ ਅਸੀਂ ਡੀਲਰ ਨੂੰ ਕੁਐਰੀ ਪਹੁੰਚ ਜਾਣੀ ਆ। ਉਹ ਡੀਲਰ ਨੇ ਅੱਗੇ ਉਹਨੂੰ ਆਪੇ ਡੀਲ ਕਰ ਲੈਣਾ। ਜਿਹੜੇ ਵੱਡੇ ਸਾਈਜ਼ ਦੇ ਪ੍ਰੋਜੈਕਟ ਆ, ਕਿਉਂਕਿ ਜਿਹੜੀ ਵੀ ਕੋਈ ਵੱਡੀ ਕੰਪਨੀ ਕੰਮ ਕਰਦੀ ਆ ਜਾਂ ਕੋਈ ਲਵਾਉਣਾ ਚਾਹੁੰਦੀ, ਉਹ ਹੋਮਵਰਕ ਬਹੁਤ ਕਰਦੀ। ਉਹਨੂੰ ਹੁੰਦਾ ਵੀ ਮੈਂ ਵੱਡੇ ਬੰਦੇ ਤੋਂ ਪ੍ਰੋਜੈਕਟ ਲਵਾਂ ਜਿਹਨੇ ਆਲਰੇਡੀ ਐਕਸਪੀਰੀਅੰਸ ਕੀਤਾ ਹੋਇਆ। ਤਾਂ ਉੱਥੇ ਅਸੀਂ ਆਪ ਇੰਟਰਵੀਨ ਕਰ ਲੈਂਦੇ। ਜਿਹੜੇ ਜਿੱਥੇ ਡੀਲਰ ਖੁਦ ਕਹਿੰਦਾ ਕਿ ਮੇਰੇ ਸਾਈਜ਼ ਤੋਂ ਵੱਡਾ ਪ੍ਰੋਜੈਕਟ, ਉੱਥੇ ਅਸੀਂ ਆਪ ਚਲੇ ਜਾਈਦਾ। ਬਾਕੀ ਅਸੀਂ ਖੁਦ ਫਰੀਦਕੋਟ ਵਿੱਚ ਸਾਰਾ ਰਿਟੇਲ ਆਪ ਕਰਦੇ ਹਾਂ, ਹੋਲਸੇਲਿੰਗ ਕਰਦੇ ਹਾਂ ਲੁਧਿਆਣੇ ਤੋਂ, ਪਲੱਸ ਗਵਰਨਮੈਂਟ ਦੇ ਪ੍ਰੋਜੈਕਟਸ ਅਸੀਂ ਆਪ ਕਰਦੇ ਹਾਂ, ਵੱਡੇ ਸਾਈਜ਼ ਦੇ ਪ੍ਰੋਜੈਕਟ ਅਸੀਂ ਆਪ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਸਰ। AC ਰਾਹੁਲ ਸੱਚਰ ਜੀ, MD ਜੋ ਦਸ਼ਮੇਸ਼ਵਰ ਊਰਜਾ ਪਲਾਂਟ ਦੇ ਸੀਗੇ, ਉਹਨਾਂ ਦਾ ਸਟਾਫ ਵੀ ਇੱਥੇ ਮੌਜੂਦ ਹੈਗਾ। ਆਪਾਂ ਸਟਾਫ ਨਾਲ ਵੀ ਗੱਲ ਕਰ ਲੈਂਦੇ ਹਾਂ ਵੀ ਜੇ ਕਿਸੇ ਨੇ ਲਵਾਉਣਾ ਹੋਵੇ ਤਾਂ ਉਹ ਕਿਵੇਂ ਇਹਨਾਂ ਨੂੰ ਆ ਕੇ ਮਿਲਣ ਤੱਕ ਕਿਵੇਂ ਚਲਾਇਆ ਜਾਵੇ। ਕੀ ਨਾ ਭਾਈ ਆਪਣਾ? ਸਰ ਮੇਰਾ ਨਾਮ ਰਚਿਤ ਜੈਨ ਹੈ। ਮੈਂ ਇੱਥੇ ਐਜ਼ ਅ ਸੇਲਸ ਐਗਜ਼ੈਕਟਿਵ ਅਪਾਇੰਟ ਹੋਇਆ ਨਾ ਜੀ। ਪਹਿਲਾਂ ਤਾਂ ਸਰ ਮੈਂ ਇੱਕ ਸਰ ਦੇ ਨਾਲ, ਸਰ ਕਹਿ ਰਹੇ ਸੀ, ਮੈਂ ਗੱਲ ਸੁਣ ਰਿਹਾ ਸੀਗਾ ਕਿ ਗੋਡ ਦਾ ਪਲਾਨ ਹੋਇਆ। ਸਰ ਇਹ ਐਕਚੁਅਲੀ ਗੋਡ ਦਾ ਨਹੀਂ, ਉਹਨਾਂ ਦੀ ਖੁਦ ਦੀ ਇਸ ਤਰ੍ਹਾਂ ਦੀ ਵਿਜ਼ਨ ਸੀਗੀ ਜਿਹਦੇ ਕਰਕੇ ਗਰੋ ਕੀਤੇ ਆ। ਕਿਉਂਕਿ ਉਹ ਆਪਣੇ 3 ਕਿਲੋਵਾਟ ਤੋਂ ਲੈ ਕੇ 1000 ਕਿਲੋਵਾਟ ਦੇ ਹਰ ਪ੍ਰੋਜੈਕਟ ਨੂੰ ਐਜ਼ ਅ ਚਾਈਲਡ ਟਰੀਟ ਕਰਦੇ ਆ। ਜਿਸ ਤਰ੍ਹਾਂ ਮਾਂ ਆਪਣੇ ਬੱਚਿਆਂ ਨੂੰ ਟਰੀਟ ਕਰਦੀ ਆ, ਉਸੇ ਤਰੀਕੇ ਨਾਲ ਹੀ ਹਰ ਪ੍ਰੋਜੈਕਟ 'ਤੇ ਪੂਰਾ ਧਿਆਨ ਦਿੰਦੇ ਆ ਜੀ। ਇਹਦੇ ਵਿੱਚ ਜੇ ਤੁਸੀਂ ਪ੍ਰੋਜੈਕਟ ਦੇ ਬਾਰੇ ਜਾਣਨਾ ਚਾਹੋਗੇ ਕਿਸ ਤਰ੍ਹਾਂ ਕੀਤਾ ਜੀ, ਇਹਦੇ 'ਚ ਸਭ ਤੋਂ ਪਹਿਲਾਂ ਸਰ ਜਿਹੜਾ ਸਾਡਾ ਪ੍ਰੋਸੈਸ ਹੁੰਦਾ ਉਹ ਹੁੰਦਾ ਸਾਈਟ ਸਰਵੇ ਦਾ। ਸਾਨੂੰ ਪ੍ਰੋਪਰਲੀ ਟ੍ਰੇਨ ਕੀਤਾ ਜਾਂਦਾ ਕਿ ਕਸਟਮਰ ਦੀ ਰਿਕੁਆਇਰਮੈਂਟ ਨੂੰ ਸਮਝਦੇ ਹੋਏ ਅਸੀਂ ਪ੍ਰੋਪਰ ਸਾਈਟ ਸਰਵੇ ਕਰਦੇ ਹਾਂ। ਉਸ ਤੋਂ ਬਾਅਦ ਉਸ ਪ੍ਰੋਜੈਕਟ ਦਾ ਪੂਰਾ ਡਿਜ਼ਾਈਨ ਰੈਡੀ ਕਰਕੇ ਕਸਟਮਰ ਦੇ ਅੱਗੇ ਰੱਖਿਆ ਜਾਂਦਾ ਜੀ। ਉਸ ਤੋਂ ਬਾਅਦ ਉਹਦੀ ਪੂਰੀ ਐਗਜ਼ੀਕਿਊਸ਼ਨ ਸਾਈਮਲਟੇਨੀਅਸਲੀ ਅਸੀਂ ਬਿਜਲੀ ਬੋਰਡ ਤੋਂ ਵੀ ਉਹਨਾਂ ਦਾ ਜਿਹੜਾ ਵੀ ਹੈਗਾ ਕਿ ਆਪਾਂ ਪ੍ਰੋਸੈਸ ਫੋਲੋ ਕਰਨਾ, ਨੈਟ ਮੀਟਰਿੰਗ ਦੇ ਅੰਦਰ ਲੈ ਕੇ ਆਉਣਾ ਹੈ, ਉਹ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ, ਪ੍ਰੋਪਰ ਗਾਈਡਲਾਈਨਸ ਫੋਲੋ ਕਰਦੇ ਹੋਏ, ਪੂਰੀ ਜੈਕਸਨ ਕੰਪਨੀ ਦੇ ਵੱਲੋਂ ਜਿਹੜਾ ਵੀ ਸਾਨੂੰ ਗਾਈਡਲਾਈਨਸ ਹੁੰਦੀਆਂ ਉਹਨਾਂ ਦੇ ਅਕੋਰਡਿੰਗ ਅਸੀਂ ਇਹ ਪ੍ਰੋਜੈਕਟ ਨੂੰ ਪੂਰਾ ਆਪਣੇ ਮੁਕਾਮ ਤੱਕ ਲੈ ਕੇ ਜਾਈਦਾ ਜੀ।
ਸਰ ਜਿਹੜੀਆਂ ਯੂਨਿਟਾਂ ਬਾਰੇ ਹੈ ਜਾਂ ਉਹਨਾਂ ਦੀ ਟਰੈਕਿੰਗ ਬਾਰੇ ਉਹ ਕਿਵੇਂ ਪਤਾ ਲੱਗਦਾ ਫਿਰ? ਸਰ ਇਹ ਤਾਂ ਅੱਜ ਕੱਲ੍ਹ ਦੀ ਟੈਕਨੋਲੋਜੀ ਇੰਨੀ ਕੁ ਐਡਵਾਂਸ ਆ ਚੁੱਕੀ ਹੈ ਕਿ ਆਪਣੇ ਫੋਨ ਦੇ ਉੱਪਰ ਹੀ ਸਾਰੀ ਚੀਜ਼ ਆਪਾਂ ਨੂੰ ਪਤਾ ਲੱਗ ਜਾਂਦੀ ਹੈ। ਆਪਣੇ ਫੋਨ ਦੇ ਉੱਪਰ ਸਰ ਅਸੀਂ ਐਪ ਉਹਨਾਂ ਦੇ ਸਿਸਟਮ ਨਾਲ ਕਨੈਕਟ ਕਰ ਦਿੰਦੇ ਹਾਂ, ਜਿਹਦੇ ਨਾਲ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਅਤੇ ਉਹਨਾਂ ਨੂੰ ਵੀ ਪਤਾ ਲੱਗਦਾ ਰਹਿੰਦਾ ਜਿਨ੍ਹਾਂ ਦੇ ਘਰੇ ਪਲਾਂਟ ਅਸੀਂ ਲਗਾਇਆ, ਜਿੱਥੇ ਵੀ ਲਗਾਇਆ ਉੱਥੇ ਪਤਾ ਲੱਗਦਾ ਰਹਿੰਦਾ ਵੀ ਕਿੰਨੇ ਯੂਨਿਟਸ ਤੁਹਾਡੇ ਅੱਜ ਜਨਰੇਟ ਹੋਏ, ਕਿੰਨੀ ਆਪਾਂ ਕਾਰਬਨ ਡਾਈਆਕਸਾਈਡ ਦੀ ਬਚਤ ਕਰਤੇ, ਮਤਲਬ ਪ੍ਰੋਡਿਊਸ ਕਰਨ ਤੋਂ ਬਚਤ ਕਰਤੀ, ਕਿੰਨੇ ਉਹਨਾਂ ਦੀ ਸੇਵਿੰਗ ਹੋ ਗਈ ਅਮਾਊਂਟ ਦੀ। ਇਸ ਤਰ੍ਹਾਂ ਜੇ ਕੋਈ ਫਾਲਟ ਆਵੇ ਤਾਂ ਸਾਡਾ ਇੰਜੀਨੀਅਰ ਉਹਨਾਂ ਦੇ ਪਤਾ ਲੱਗਣ ਤੋਂ ਪਹਿਲਾਂ ਵੀ ਅਸੀਂ ਉੱਥੇ ਅਪਰੋਚ ਕਰ ਜਾਂਦੇ ਹਾਂ ਜੀ। ਤੁਹਾਨੂੰ ਪਹਿਲਾਂ ਪਤਾ ਲੱਗ ਜਾਂਦਾ ਜੇ ਕੋਈ ਫਾਲਟ ਆਵੇ ਤਾਂ ਆਨਲਾਈਨ ਸਾਨੂੰ ਵੀ ਨਾਲ ਪਤਾ ਲੱਗ ਜਾਂਦਾ ਜੀ ਸਾਡੇ, ਕਿਉਂਕਿ ਹੁਣ ਕਰੰਟਲੀ ਵੀ ਮੇਰੇ ਕੋਲ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਚੱਲ ਰਹੀ ਹੈ ਸਰ ਇਹ ਐਪ, ਸਾਨੂੰ ਸਾਰਾ ਡਾਟਾ ਪਤਾ ਲੱਗ ਰਿਹਾ ਜੀ ਇਸੇ ਫੋਨ ਤੇ ਜੀ ਸਰ। ਬਹੁਤ ਬਹੁਤ ਸ਼ੁਕਰੀਆ ਸਰ। ਇੱਕ ਕੁਐਸਚਨ ਰਹਿ ਗਿਆ ਸੀ ਆਪਣਾ, ਸਰ ਨਾਲ ਇੱਕ ਗੱਲ ਕਰ ਲੈਂਦੇ ਹਾਂ। ਲੋਕਾਂ ਦੇ ਵਿੱਚ ਇਹ ਵੀ ਧਾਰਨਾ ਬਣੀ ਹੋਈ ਹੈ ਵੀ ਇਹਦੀਆਂ ਬੈਟਰੀਆਂ ਜਲਦੀ ਖਰਾਬ ਹੋ ਜਾਂਦੀਆਂ ਹੈ ਨਾ, ਜਾਂ ਉਹਦੇ ਉੱਪਰ ਜਿਹੜਾ ਸੋਲਰ ਸਿਸਟਮ ਲੱਗਾ ਉਹਨੂੰ ਥੋੜ੍ਹੇ ਚਿਰ ਬਾਅਦ ਮਤਲਬ ਰਿਨਿਊ ਕਰਾਉਣਾ ਹੀ ਪੈਂਦਾ ਹੈ, ਖਰਚਾ ਫਿਰ ਡਬਲ ਹੋ ਜਾਂਦਾ। ਇਸ ਕਰਕੇ ਲੋਕੀ ਥੋੜ੍ਹੇ ਜਿਹੇ ਇਸ ਤੋਂ ਲਵਾਉਣ ਤੋਂ ਝਿਜਕਦੇ ਆ ਹੈ ਨਾ। ਦੇਖਦੇ ਹੋ, ਮੰਨਦੇ ਹੋ ਕਿਤੇ ਨਾ ਕਿਤੇ ਪ੍ਰੋਬਲਮ ਹੈਗੀ ਹੈ ਇਹ ਨਾ ਜੀ। ਜਦੋਂ ਸੋਲਰ ਅਰਲੀ ਏਜ ਸੀਗਾ 2007 ਸੀ, ਉਦੋਂ ਨਾ ਇਹ 'ਚ ਬੈਟਰੀਆਂ ਲੱਗਦੀਆਂ ਸੀ। ਅਸੀਂ ਸੂਰਜ ਤੋਂ ਕਰੰਟ ਬਣਾਉਂਦੇ ਸੀ, ਬੈਟਰੀਆਂ 'ਚ ਸਟੋਰ ਕਰਦੇ ਸੀ। ਜਦੋਂ ਅਸੀਂ ਬੈਟਰੀਆਂ 'ਚ ਸਟੋਰ ਕਰਦੇ ਸੀ ਫਿਰ ਵਾਪਸ ਉਹੀ ਕਰੰਟ ਲੋਕ ਵਰਤਦੇ ਸੀਗੇ। 2012 ਵਿੱਚ ਜਿਵੇਂ ਮੈਂ ਕਿਹਾ ਨੈੱਟ ਮੀਟਰਿੰਗ ਆ ਗਈ। ਨੈੱਟ ਮੀਟਰਿੰਗ 'ਚ ਕੋਈ ਬੈਟਰੀ ਨਹੀਂ ਲੱਗਦੀ। ਤੁਸੀਂ ਕਰੰਟ ਬਣਾਇਆ, ਕਰੰਟ ਬਣਾ ਕੇ ਆਪਦੇ ਘਰੇ ਯੂਜ਼ ਕੀਤਾ, ਜਿਹੜਾ ਫालतू ਕਰੰਟ ਸਟੋਰ ਕਰਨ ਦੀ ਬਜਾਏ ਡਾਇਰੈਕਟਲੀ ਗਵਰਨਮੈਂਟ ਨੂੰ ਵਾਪਸ ਭੇਜਤਾ। ਸੋ ਜਾਂ ਤਾਂ ਵਰਤੋਂਗੇ ਜਾਂ ਵਾਪਸ ਭੇਜ ਦੋਗੇ, ਸਟੋਰ ਕਰਨ ਦਾ ਪਰਪਸ ਹੀ ਖਤਮ ਹੋ ਗਿਆ। ਸੋ ਇਹਦੇ ਵਿੱਚ ਕੋਈ ਬੈਟਰੀ ਦੀ ਇਨਵੋਲਵਮੈਂਟ ਨਹੀਂ। ਇਹਦੇ ਵਿੱਚ ਜਿਹੜਾ ਅਸੀਂ ਇਨਵਰਟਰ ਲਾਉਂਦੇ ਆ ਉਹਦੀ 8 ਸਾਲ ਦੀ ਗਰੰਟੀ ਆਉਂਦੀ, ਜਿਹੜਾ ਅਸੀਂ ਪੈਨਲ ਲਾਉਂਦੇ ਉਹਦੀ 25 ਸਾਲ ਦੀ ਗਰੰਟੀ ਆ। ਲੋਹੇ ਨੇ ਕਦੇ ਖਰਾਬ ਹੀ ਨਹੀਂ ਹੋਣਾ, ਅਤੇ ਜਿਹੜੀ ਤੁਹਾਡੀ ਪੇਬੈਕ ਉਹ 3-3.5 ਸਾਲ ਦੀ, ਉਦੋਂ ਬਾਅਦ ਤਾਂ ਵੈਸੇ ਹੀ ਫ੍ਰੀ ਹੋ ਜਾਣਾ ਜੀ। ਅਤੇ ਇਹਦੇ ਵਿੱਚ ਨਾ ਮੇਨਟੇਨੈਂਸ, ਅਸੀਂ ਪਹਿਲੇ ਵਾਲੇ 'ਚ ਕਹਿੰਦੇ ਸੀ ਮੇਨਟੇਨੈਂਸ ਆ, ਇਹਦੇ 'ਚ ਅਸੀਂ ਵਰਡ ਯੂਜ਼ ਕਰਾਂਗੇ ਲੋ ਮੇਨਟੇਨੈਂਸ ਆ। ਲੋ ਮੇਨਟੇਨੈਂਸ ਮਤਲਬ ਇਹਨੂੰ ਕਲੀਨ ਅਪ ਤਾਂ ਕਰਨਾ ਪੈਣਾ, ਸਾਫ਼ ਸਫਾਈ ਕਰਨੀ ਪੈਣੀ ਆ, ਕਲੀਨ ਅਪ ਕਰਨਾ ਪੈਣਾ, ਪਰ ਰੈਗੂਲਰ ਮੇਨਟੇਨੈਂਸ ਨਹੀਂ ਹੈਗੀ। ਜਿਵੇਂ ਅਸੀਂ ਕਹਿੰਦੇ ਹਾਂ ਸਾਡੇ ਮੇਨਟੇਨੈਂਸ ਚਾਰਜ ਹੋ ਗਏ, ਕਦੇ ਬੈਟਰੀ ਰਿਪਲੇਸ ਕਰ ਲਈ, ਅਗਲੇ ਇਹਦੇ 'ਚ ਉਹ ਚੀਜ਼ ਨਹੀਂ ਹੈਗੀ। ਸਰ ਜੇ ਆਪਾਂ ਇਹ ਵੀ ਗੱਲ ਇੱਕ ਹੋਰ ਹੈ, ਕੁਛ ਲੋਕ ਕਹਿ ਦਿੰਦੇ ਆ ਵੀ ਸਰਕਾਰੀ ਮੁਲਾਜ਼ਮਾਂ ਦੇ ਘਰੇ ਹੀ ਲੱਗ ਸਕਦੇ ਆ ਜਾਂ ਪ੍ਰਾਈਵੇਟਾਂ ਦੇ ਨਹੀਂ ਲੱਗ ਸਕਦੇ, ਕੋਈ ਉਹਦੇ 'ਚ ਹੈ ਇਸ ਤਰ੍ਹਾਂ ਦਾ ਕਿ ਕੋਈ ਵੀ ਲਵਾ ਸਕਦਾ, ਕੋਈ ਇਹੋ ਜਿਹੀ ਦਿੱਕਤ ਨਹੀਂ ਆ ਰਹੀ? ਕੋਈ ਵੀ ਬੰਦਾ ਜਿਹੜਾ ਬਿਜਲੀ ਬੋਰਡ ਦਾ ਪਰਮਾਨੈਂਟ ਮੀਟਰ ਦਾ ਖਪਤਕਾਰ ਆ ਉਹ ਸਾਰੇ ਐਲੀਜੀਬਲ ਆ। ਇਹਦੇ 'ਚ ਇਹ ਨਹੀਂਗਾ ਕਿ ਇਹ ਸਰਕਾਰੀ ਵਰਗ ਵਾਸਤੇ, ਪ੍ਰਾਈਵੇਟ ਵਾਸਤੇ, ਕੋਈ ਇੰਡਸਟਰੀ, ਕੋਈ ਕੰਜ਼ਿਊਮਰ, ਇਹ ਹਰੇਕ ਬੰਦਾ ਇਹਨੂੰ ਲਵਾ ਸਕਦਾ ਜਿਹਦੇ ਕੋਲ ਬਿਜਲੀ ਦਾ ਕਨੈਕਸ਼ਨ ਆਪਦਾ ਹੈਗਾ। ਹਰੇਕ ਬੰਦਾ ਇਹਦੇ ਲਈ ਐਲੀਜੀਬਲ ਆ। ਬਹੁਤ ਬਹੁਤ ਸ਼ੁਕਰੀਆ ਸਰ। ਇਹ ਸੀ ਰਾਹੁਲ ਸੱਚਰ ਜੀ, MD ਦਸ਼ਮੇਸ਼ ਸੋਲਰ ਊਰਜਾ ਪਲਾਂਟ ਦੇ, ਜਿਨ੍ਹਾਂ ਨੇ ਬਖੂਬੀ ਹਰੇਕ ਸਵਾਲ ਦਾ ਜਵਾਬ ਦਿੱਤਾ ਅਤੇ ਲੋਕਾਂ ਦੀਆਂ ਜੋ ਸਮੱਸਿਆਵਾਂ, ਜੋ ਉਹਨਾਂ ਨੇ ਸੋਲਰ ਊਰਜਾ ਨੂੰ ਲੈ ਕੇ ਸੀ ਉਹਦੇ ਬਾਰੇ ਹਰੇਕ ਗੱਲ ਖੁੱਲ੍ਹ ਕੇ ਦੱਸੀ ਹੈ। ਜੇ ਤੁਸੀਂ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ। ਤੁਸੀਂ ਦੇਖ ਰਹੇ ਸੀ ਫਰੀਦਕੋਟ ਤੋਂ ਜਗਦੀਸ਼ ਬਾਂਬਾ ਦੀ ਵਿਸ਼ੇਸ਼ ਰਿਪੋਰਟ। ਜੇਕਰ ਤੁਸੀਂ ਸਾਡੇ ਚੈਨਲ ਨਾਲ ਹੁਣੇ ਜੁੜੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਸਾਡੀ ਨੋਟੀਫਿਕੇਸ਼ਨ ਦਾ ਸਭ ਤੋਂ ਪਹਿਲਾਂ ਪਤਾ ਲੱਗ ਸਕੇ। ਧੰਨਵਾਦ।